हाँ जी ईरानी ATS बनाना एरा पावर स्टेयरिंग ਇੱਥੇ ਹੁਣ ਜਿਹੜਾ ਬਾਕੀ ਸਮਾਨ ਹੈ एरा छिक्का वगैरह अगला एरी शू ਉਹ ਵੀ ਅਸੀਂ ਕੰਪਨੀ ATS ਕੰਪਨੀ ਉਹਨਾਂ ਨੂੰ ਆਰਡਰ ਦੇ ਦਿੱਤਾ ਹੈ। ਉਹ ਜਿਹੜਾ ਸਮਾਨ ਜਿਹੜਾ ਹੈ ਨਾ ਸਾਰਾ ATS ਤੋਂ ਹੀ ਆ ਜਾਣਾ। एरी शो भी ATS तो आएगा। नहीं वो जंग ही बहुत है। आ कहते हैं कि जिथे हैगा है ना उत्थे पानी बड़ा खारा कोई रोई दे लागे है तो जंग बड़ा ਇਹਦੇ ਵਿੱਚ ਜਿਹੜਾ ਇਹਦਾ ਬੇਸਿਕ ਫਾਲਟ ਹੈ ਉਹ ਇਹੋ ਹੀ ਸੀ ਕਿ ਆ ਗਰਮ ਹੁੰਦਾ ਸੀ ਜਿੰਨੇ ਵੀ 265 ਹੈਗੇ ਆ ਜਾਂ ਜਿੰਨੇ ਵੀ 285 ਈਰਾਨੀ ਆ ਆ ਸਾਰਿਆਂ 'ਚ ਇਹੋ ਹੀ ਪ੍ਰੋਬਲਮ ਹੈ। ਇਹਦੇ ਰੇਡੀਏਟਰ ਜਿਹੜੇ ਛੋਟੇ ਲੱਗੇ ਹੁੰਦੇ ਆ ਉਹਦੀ ਵਜ੍ਹਾ ਨਾਲ ਆ ਗਰਮ ਹੁੰਦੇ ਆ ਔਰ ਆ ਗਰਮ ਹੋਣ ਤੋਂ ਹੀ ਆ ਮਾਲਕ ਬੜਾ ਤੰਗ ਸੀ ਤੇ ਇੱਕ ਅਗਲੇ ਸਟੀਅਰਿੰਗ ਤੋਂ ਹਿੱਸੇ ਤੋਂ ਤੰਗ ਸੀ। ਫਿਰ ਆ ਹਿੱਸਾ ਵੀ ਅਸੀਂ ਥੜੀ ਵੀ ਨਵੀਂ ਲਾ ਦਿੱਤੀ ਆ, ਬਾਰ ਵੀ ਲਾ ਦਿੱਤੀ ਆ, ਪੱਟੀਆਂ ਵੀ, ਮੁੱਕੀਆਂ ਵੀ, ਐਕਸਲ ਵੀ, ਜੈਕ ਵੀ, ਆ ਸਾਰੀਆਂ ਚੀਜ਼ਾਂ ਅਸੀਂ ਜਿਹੜੀ ਹੈ ਨਾ ਉਹ 290 ਵਾਲੀ ਲਾ ਦਿੱਤੀ। अस्सलाम वालेकुम दोस्तों, अपना चैनल PK YouTube चैनल खुश आमदीद दोस्तों। मौजूद हाँ जी नदीम बदर आटो इंजीनियरिंग बरकी रोड लाहौर है जी। तुसीं चेक करते पे ईरानी 285 है तो इनू बनाना है जी ईरानी ATS 290। नदीम साहब को आया आ चेक करो, बिल्कुल खस्ता हालत में चला। ये अगला हिस्सा पे जी आ चेक करो, आ ला के लैदा कर छड़िया। बाकी सारा कुछ इनू नवा इनू मुकम्मल ही यानी कि तैयार किया जा रहा है। नदीम साहब साडे नाल मौजूद ने, मजीद इन्हां नाल गलबात करते हैं जी। अस्सलाम वालेकुम जी। वालेकुम सलाम जी। नदीम साहब की हाल है, ठीक ठाक हो? शुक्र है अल्लाह दा जी। अच्छा नदीम साहब ये की मुकम्मल ही होना आया जी है जी। इस ट्रैक्टर का इंजन कीता है, एरा इंजन ओवरहाल कीता है। अच्छा ਇਹਦੇ ਵਿੱਚ ਜਿਹੜਾ ਇਹਦਾ ਬੇਸਿਕ ਫਾਲਟ ਹੈ ਉਹ ਇਹੋ ਹੀ ਸੀ ਕਿ ਆ ਗਰਮ ਹੁੰਦਾ ਸੀ। अच्छा अच्छा ਗਰਮ ਹੁੰਦਾ ਸੀ ਜਿੰਨੇ ਵੀ 265 ਹੈਗੇ ਆ ਜਾਂ ਜਿੰਨੇ ਵੀ 285 ਈਰਾਨੀ ਆ ਆ ਸਾਰਿਆਂ 'ਚ ਇਹੋ ਹੀ ਪ੍ਰੋਬਲਮ ਹੈ। ਇਹਦੇ ਰੇਡੀਏਟਰ ਜਿਹੜੇ ਛੋਟੇ ਲੱਗੇ ਹੁੰਦੇ ਆ ਉਹਦੀ ਵਜ੍ਹਾ ਨਾਲ ਆ ਗਰਮ ਹੁੰਦੇ ਆ ਔਰ ਆ ਗਰਮ ਹੋਣ ਤੋਂ ਹੀ ਆ ਮਾਲਕ ਬੜਾ ਤੰਗ ਸੀ ਤੇ ਇੱਕ ਅਗਲੇ ਸਟੀਅਰਿੰਗ ਤੋਂ ਹਿੱਸੇ ਤੋਂ ਤੰਗ ਸੀ ਤੇ ਉਹ ਫਿਰ ਉਹਨੇ ਕਿਹਾ ਜੀ ਹਿੱਸਾ ਸਾਰਾ ਦਾ ਸਾਰਾ ਲਾ ਕੇ ਨਾ ਤੁਸੀਂ 290 ਵਾਲਾ ਲਾ ਦਿਓ। ਇਹਦਾ ਫਿਰ ਆ ਹਿੱਸਾ ਵੀ ਅਸੀਂ ਥੜੀ ਵੀ ਨਵੀਂ ਲਾ ਦਿੱਤੀ ਹੈ, ਬਾਰ ਵੀ ਲਾ ਦਿੱਤੀ ਆ, ਪੱਟੀਆਂ ਵੀ, ਮੁੱਕੀਆਂ ਵੀ, ਐਕਸਲ ਵੀ, ਜੈਕ ਵੀ, ਆ ਸਾਰੀਆਂ ਚੀਜ਼ਾਂ ਅਸੀਂ ਜਿਹੜੀ ਹੈ ਨਾ ਉਹ 290 ਵਾਲੀ ਲਾ ਦਿੱਤੀ ਹੈ। मतलब इन्हू तुसीं ईरानी ATS बनाना है? हाँ जी ईरानी ATS बनाना एरा पावर स्टेयरिंग ਇੱਥੇ ਹੁਣ ਜਿਹੜਾ ਬਾਕੀ ਸਮਾਨ ਹੈ एरा छिक्का वगैरह अगला एरी शो ਉਹ ਵੀ ਅਸੀਂ ਕੰਪਨੀ ATS ਕੰਪਨੀ ਉਹਨਾਂ ਨੂੰ ਆਰਡਰ ਦੇ ਦਿੱਤਾ ਹੈ। ਉਹ ਜਿਹੜਾ ਸਮਾਨ ਜਿਹੜਾ ਹੈ ਨਾ ਸਾਰਾ ATS ਤੋਂ ਹੀ ਆ ਜਾਣਾ। एरी शो भी ATS ਤੋਂ ਆਏਗੀ, ਆ ਸਾਰੀ ਫਿਟਿੰਗਾਂ ਵੀ, ਪਾਇਦਾਨ ਵੀ, ਮਰਗਾੜ ਵੀ ਸਾਰਾ ਉੱਥੋਂ ਆਏਗਾ। ਉਹ ਸਾਰਾ ਫਿੱਟ ਕਰਕੇ ਤੇ ਇਹਨੂੰ ਬਿਲਕੁਲ ਨਵਾਂ ਇਨਸ਼ਾਅੱਲਾ ਬਣਾ ਦਾਂਗੇ। ਤੇ ਪੰਪ कैसा नदीम साहब ये लगा? ਪੰਪ ਇਹਦਾ ਫਿਲਹਾਲ ਤੇ ਠੀਕ ਹੈ, ਸਟਾਰਟ ਕੀਤਾ ਸੀ, ਐਕਸੀਲੇਟਰ ਵਗੈरह ਦੇ ਕੇ ਦੇਖਿਆ, ਬਾਕੀ ਚਲਾ ਕੇ ਚੈੱਕ ਕਰਾਂਗੇ। ਟਾਇਰ ਸ਼ਾਇਰ ਕਸਟਮਰ ਨੇ ਅੱਗੇ ਹੀ ਮਰਗਾੜਾ ਦਾ ਹਾਲਾਤ ਜਿਹੜੇ ਆ ਉਹ ਤੁਸੀਂ ਦੇਖ ਹੀ ਸਕਦੇ ਜੀ। ਇਹ ਲਾ ਲੋਕ ਨਵੇਂ ਪਾਉਣੇ ਆ ਸਾਰੇ ਨਵੇਂ ਮਰਗਾੜ ਤੇ ਨੇ ਰਹਿ ਗਏ। ਰਿਮ ਹਜੇ ਨਹੀਂ ਪਾਣੇ, ਉਹ ਕਹਿੰਦਾ ਰਿਮ ਮੇਰੇ ਕੋਲ ਹੈਗੇ ਆ ਰੇ ਜੈਨਵਨ ਤੇ ਉਹ ਰਿਮ ਨਹੀਂ। ਤੇ ਬਾਕੀ ਆ ਜਿਹੜੀ ਇਹਨਾਂ ਸੀਟ ਵੀ ਚੁੱਕ ਕੇ ਉੱਚੀ ਕਰਨੀ ਹੈ, ਜਿਸ ਤਰ੍ਹਾਂ ਉਹ 290 ਦੀ ਜਾਂ 85 ਦੀ ਲੱਗੀ ਨਹੀਂ ਹੁੰਦੀ, ਉਹ ਸੀਟ ਡੈਕ ਲਾ ਕੇ ਹੈਂਡ ਬ੍ਰੇਕ ਉੱਤੇ ਲਾ ਕੇ ਉਹ ਵੀ ਸਾਰਾ ਕੁਛ ਇਹਦਾ ਕਰਨਾ। ਤੇ ਆ ਬਾਕੀ ਇਹਨਾਂ ਦਾ ਕੀ ਹਾਲ? ਬਾਕੀ ਉਹ ਦੇਖेंगे अगर और को मजीद पैसे होए ਤੇ ਫਿਰ ਆ ਪਿੱਛੋਂ ਵੀ ਸੰਗਲੀਆਂ ਸੁੰਗਲੀਆਂ ਸਾਰਾ ਕੁਝ ਬਦਲ ਲੈਣਗੇ। ਤੇ ਰੰਗ ਕਰਨਾ ਨਹੀਂ? ਰੰਗ ਵੀ ਕਰਨ ਦਾ ਕਿਹਾ ਉਹਨਾਂ ਨੇ। ਰੰਗ ਅਗਰ ਟਾਈਮ ਹੋਇਆ ਨਾ, ਅਗਰ ਬਜਾਈ ਦਾ ਔਰ ਕਟਾਈ ਦਾ ਟਾਈਮ ਨਾ ਆ ਗਿਆ, ਆ ਟਾਈਮ ਨਾਲ ਤਿਆਰ ਹੋ ਗਿਆ ਤੈਨੂੰ ਫਿਰ ਰੰਗ ਵੀ ਕਰਕੇ ਦਾਂਗੇ। ਇਹ ਨਦੀਮ ਸਾਹਿਬ ਲੱਗਦਾ ਪਾਣੀ ਕਦੋਂ ਸਦੀਆਂ ਦਾ ਖਲੋਤਾ ਆ। ਚੈੱਕ ਕਰੋ, ਤੇ PTO ਵੀ ਨਹੀਂ ਚੱਲੀ ਆ, ਚੈੱਕ ਕਰੋ ਬਸ ਜੀ। ਨਹੀਂ ਉਹ ਜ਼ੰਗ ਹੀ ਬਹੁਤ ਆ ਕਹਿੰਦੇ ਆ ਕਿ ਜਿੱਥੇ ਹੈਗਾ ਹੈ ਨਾ ਉੱਥੇ ਪਾਣੀ ਬੜਾ ਖਾਰਾ ਕੋਈ ਰੋਈ ਦੇ ਲਾਗੇ ਆ ਤੇ ਜ਼ੰਗ ਬੜਾ ਪੈ ਜਾਂਦਾ। ਇਹ ਰੋਈ ਦੇ ਵਿੱਚ ਕਿਸੇ ਨੇ ਖਿਲਾਰ ਛੜਿਆ ਹੁਣ ਤੇ ਲੱਗਦਾ ਆ ਨਹੀਂ ਕਲਰ ਦੇ ਕਹੇ ਆ ਦੇਖੋ ਨਾ, ਚੈੱਕ ਕਰੋ ਕੀ ਹਰ ਚੀਜ਼ ਉਹਦੀ ਲਾਲ ਹੋਈ ਪਈ ਹੈ। ਇਹ ਤੇ ਬੜਾ ਖਸਤਾ ਹਾਲ ਦੇ ਵਿੱਚ ਆਇਆ। ਤੇ ਨਦੀਮ ਸਾਹਿਬ ਕੀ ਸਮਝਦੇ ਹੋ ਫਿਰ ਇਹਨੂੰ ਕੀ ਤੁਸੀਂ ATS ਦਾ ਮਜ਼ੀਦ ਪਾਉਣ ਲੱਗੇ ਉਹਦੇ ਨਾਲ ਇਹ ਗਰਮ ਹੋਣ ਤੋਂ ਬਾਅਦ ਹੁਣ ਨਹੀਂ ਆਇਆ? ਇਹਦੇ ਵਿੱਚ ਰੇਡੀਏਟਰ ATS ਦਾ ਠੀਕ ਹੈ। ਇਹਦੇ ਵਿੱਚ ਹਿੱਸਾ ਅਗਲਾ ਹਿੱਸਾ ਸ਼ੀਲਡ ATS ਦੀ, ਇਹਦੇ ਵਿੱਚ ਸ਼ੋ ਮਰਗਾਰਡ ATS ਦੇ ਪਾएंगे। ਉਸ ਤੋਂ ਬਾਅਦ ਇਹਨੂੰ ਆਇਲ ਕੂਲਰ ਲਾएंगे। ਅੱਛਾ ਆ ਸਾਰੀਆਂ ਚੀਜ਼ਾਂ ਲਾएंगे, ਇਨਸ਼ਾਅੱਲਾ ਗਰਮ ਨਹੀਂ ਹੋਏਗਾ। ਸਹੀ ਹੋ ਗਿਆ। ਬਾਕੀ ਇੰਜਨ ਇਹਦਾ ਇਹ ਹੀ ਦੁਬਾਰਾ ਤੁਸੀਂ ਕੀਤਾ? ਇੰਜਨ ਓਵਰਹਾਲ ਕੀਤਾ। ਇੰਜਨ ਦੇ ਵਿੱਚ ਇਹ 'ਚ ਬੜੀਆ ਜ਼ੰਗ ਸੀ। ਇਹਨੂੰ 2 ਦਿਨ ਤਜ਼ਾਬ ਕਰਦੇ ਰਹੇ ਆ। ਤਜ਼ਾਬ ਕਰਨ ਤੋਂ ਬਾਅਦ ਫਿਰ ਇਹਦਾ ਬਲਾਕ ਸਾਫ਼ ਹੋਇਆ। ਫਿਰ ਆ ਸਾਰੀਆਂ ਟਿੱਕੀਆਂ ਜਿਹੜੀ ਹੈ ਨਾ, ਆ ਸਾਰੀਆਂ ਟਿੱਕੀਆਂ ਜਿਹੜੀ ਹੈ ਨਾ ਕੱਢ ਕੇ ਤੇ ਬਲਾਕ ਨੂੰ ਆ ਦੇਖੋ ਨਾ, ਬੈਕ ਸਾਈਡ ਤੋਂ ਵੀ ਦੇਖੋ, ਸਾਰੀਆਂ ਟਿੱਕੀਆਂ ਕੱਢ ਕੇ ਤੇ ਇਹਨਾਂ ਜ਼ੰਗ ਸਾਫ਼ ਕੀਤਾ ਅੰਦਰੋਂ।
ਤੇ ਸਾਫ਼ ਕਰਕੇ ਤੇ ਫਿਰ ਇਹਨੂੰ ਫਿੱਟ ਕੀਤਾ। ਅੱਛਾ ਇੰਜਨ ਦੇ ਵਿੱਚ ਕਿਹੜੀ ਕਿਹੜੀ ਚੀਜ਼ ਨਵੀਂ ਪਈ ਇਹਦੇ? ਇੰਜਨ ਦੇ ਵਿੱਚ ਇਹਦੇ ਵਿੱਚ ਪਿਸਟਨ ਪਏ ਆ, ਸਲੀਵਾ ਪਈ ਆ, ਵਾਲ ਗਾਈਡ ਪਏ ਆ, ਮੇਨ ਬਿਗਨ ਪਏ ਆ, ਰਾੜਾ ਤੇ ਬੁਸ਼ ਪਏ ਆ, ਯਾਨੀ ਕਿ ਕੋਈ ਮੇਜਰ ਚੀਜ਼ ਨਹੀਂ ਪਈ। ਅੱਛਾ ਕਰੈਂਕ ਕਰੂੰਗ ਉਹ ਕਰੈਂਕ ਕਰੀ ਅੱਗੇ ਹੀ ਸਟੈਂਡਰਡ ਤੇ ਹੈਗੀ ਸੀ ਔਰ ਸਾਫ਼ ਸੀ, ਉਹ ਸਟੈਂਡਰਡ ਤੇ ਹੀ ਰਹੀ ਹੈ ਤੇ ਬਾਕੀ ਇਹ ਸਾਰਾ ਕੁਝ ਕਰੈਂਕ ਜਨਮ ਨਹੀਂ ਰਾਨੇ? ਕਰੈਂਕ ਇਹਦੇ ਵਿੱਚ ਵਲੈਤੀ ਉਹਨਾਂ ਨੇ ਪਰਕਨ ਦੀ ਪਾਈ ਹੋਈ ਸੀ ਲੈ ਕੇ। ਠੀਕ ਹੋ ਗਿਆ, ਠੀਕ ਹੋ ਗਿਆ। ਔਰ ਸਗੋਂ ਮਜ਼ੇਦਾਰੀ ਦੀ ਗੱਲ ਤੁਹਾਨੂੰ ਦੱਸਾਂ, ਐਸ ਇੰਜਨ ਦੀ ਬਲਾਕ ਦੀ ਟੋਪੀ ਵੀ ਟੁੱਟੀ ਨਿਕਲੀ ਹੈ। ਅੱਛਾ ਜੀ, ਬਲਾਕ ਦੀ ਟੋਪੀ ਟੁੱਟੀ ਨਿਕਲੀ ਔਰ ਕਰੈਂਕ ਸਾਬਤ ਨਿਕਲ ਆਈ। ਵਾਹ ਉਹ ਟਾਈਮ ਨਾਲ ਖੁੱਲ ਗਿਆ ਤੇ ਉਹ ਵਿੱਚੋਂ ਜਨਾਬ ਉਹ ਟੋਪੀ ਜਿਹੜੀ ਯਾਰ ਨਾ ਕਹਿੰਦੇ ਅਸੀਂ ਫਿਰ ਇਹਦੀ ਟੋਪੀ ਬਦਲੀ, ਇਹਦੀ ਲਾਈਨ ਬੋਰ ਕੀਤੀ। ਇਹ ਤੇ ਮੈਂ ਨਾ ਕੋਈ ਕ੍ਰਿਸ਼ਮਾ ਹੀ ਹੋ ਗਿਆ, ਟੋਪੀ ਟੁੱਟਣ ਤੋਂ ਬਗੈਰ ਕਰੈਂਕ ਕਿਵੇਂ ਸਾਬਤ ਨਿਕਲ ਆਈ? ਬਸ ਉਹ ਟੋਪੀ ਟੁੱਟੀ ਨੂੰ ਦੇਣੇ ਹੀ ਥੋੜੇ ਹੋਏ ਸੀ ਤੇ ਉਹ ਬਚ ਗਈ, ਨਹੀਂ ਤੇ ਟੋਪੀ ਟੁੱਟੇ ਤੇ ਕਰੈਂਕ ਤੇ ਟੁੱਟਦੀ ਹੈ, ਕਰੈਂਕ ਬਚ ਗਈ। ਕਰੈਂਕ ਮੇਰੀ ਗੱਲ ਹੈ ਬਈ ਕਿਸਮਤ ਨਹੀਂ ਤੇ ਆ ਕਰੈਂਕ ਪੈ ਜਾਣਾ ਕਿਸਮਤ ਦੇ 80 ਚਾਂਸ 90 ਹੁੰਦੇ ਦਾ ਆ। ਪੈ ਜਾਣਾ ਹੀ ਕੰਮ। ਮੈਂ ਕਹਿੰਦਾ ਇਹਦੇ ਵਿੱਚ ਜਿਹੜੀ ਕਰੈਂਕ ਸੀ ਉਹ 1,20,000 ਵਾਲੀ ਸੀ, ਭਰਕਣ ਵਾਲੀ ਸੀ। ਪਰਕਨ ਹੁਣ ਮਿਲਦੀ ਹੈ ਕਿ ਨਹੀਂ? ਮਿਲ ਜਾਂਦੀ ਹੈ, ਕੋਈ ਲੱਖ ਤੋਂ ਉੱਤੇ ਹੀ ਲੱਭੇ, ਕਿਸੇ ਕੋਲ ਪਈ ਹੋਏ ਲੱਖ ਸਵਾ ਮੁਸ਼ਕਲ ਲੱਖ ਹੀ ਦੀ ਹੈ। ਕੋਈ ਲੱਭੇ ਤੇ ਇੱਕਾ ਦੁੱਕਾ ਹੀ ਹੈ। ਬਾਕੀ ATS ਦੀ ਕਰੈਂਕ ਕਿੰਨੇ ਤੇ ਮਿਲ ਰਹੀ? ਅੱਜ ਕੱਲ ਕਰੈਂਕ ਜਿਹੜੀ ਹੈ ਨਾ ਉਹ ਤਕਰੀਬਨ 80,000 ਰੁਪਏ ਤਾਂ ਲੱਭ ਜਾਂਦੀ ਹੈ। 80000 ਰੁਪਏ ਦੀ ਇਹਦੀ ਡਾਟਸਾ ਵਗੈਰਾ ਦੀ ਕਰੈਂਕ। ATS ਚ ਡਾਟਸਾ ਪੈ ਰਹੀ? ਨਹੀਂ ਅੱਜ ਕੱਲ ATS ਦੇ ਵਿੱਚ ਡਾਟਸਾ ਮੈਨੂੰ ਨਹੀਂ ਪਤਾ ਹੁਣ ਅੱਜ ਕੱਲ ਕਿਹੜੀ ਪਾ ਰਹੇ, ਲੇਕਿਨ ਉਹ ਡਾਟਸਾ ਦੀ ਅੱਛੀ ਕਰੈਂਕ ਹੈਗੀ ਹੈ। ਅੱਛਾ ਅੱਛਾ, ਇਹ ਜੀ ਤੁਹਾਨੂੰ ਉਧਰ ਪਤਰੀ ਵਿਖਾਈ ਹੈ ਜਿਹੜੀ ਆ ਟੋਪੀ ਵੀ ਤੁਹਾਨੂੰ ਮੈਂ ਟੁੱਟੀ ਹੋਈ ਨਾ ਅੰਦਰ ਪਈ ਹੋਏਗੀ। ਲਾਈਕ ਪੰਪ ਆ, ਸਲੀਮ ਸਾਹਿਬ ਹਾਈਡ੍ਰੋਲਿਕ ਪੰਪ ਫਿੱਟ ਕਰਦੇ ਪਏ ਆ, ਹੁਣ ਸਾਰਾ ਫਿੱਟ ਕਰ ਦਿੱਤਾ। ਹਾਈਡ੍ਰੋਲਿਕ ਪੰਪ ਦਾ ਜਿਹੜਾ ਸਾਰਾ ਕੰਮ ਹੈ ਰੇ, ਚੈਂਬਰਾਂ ਚੁੰਬਰਾਂ ਨਵੀਆਂ ਪਾਈਆਂ ਕਿ ਹਾਂਜੀ ਚੈਂਬਰਾਂ ਨਵੀਆਂ ਪਾਈਆਂ ਤੇ ਹਾਈਡ੍ਰੋਲਿਕ ਪੰਪ ਰਿਪੇਅਰ ਕੀਤਾ। ਅੱਛਾ ਇਹ ਕਿਹੜੇ ਟਰੈਕਟਰ ਦਾ ਜੀ? ਉਹ 375 ਦਾ ਜੀ। 375 ਦਾ। ਉਹ ਦੋ ਹੋਰ ਬਾਬੇ ਆਏ ਤੇ ਹਾਂਜੀ ਉਹ ਬਸ ਇਸੇ ਤਰ੍ਹਾਂ ਕੋਈ ਬਾਬਾ ਇੱਕ ਬਾਬਾ ਦੂਸਰੇ ਬਾਬੇ। ਨਦੀਮ ਸਾਹਿਬ ਅੱਜ ਕੱਲ ਕੰਮ ਫੜ ਰਹੇ ਬੰਦਿਆਂ ਦੇ ਕਿ ਨਹੀਂ? ਜੀ ਕੰਮ ਉਹ ਜਿਸ ਤਰ੍ਹਾਂ ਨਿਬੜਦਾ ਜਾਂਦਾ ਹੋਰ ਅੱਗੋਂ ਫੜੀ ਜਾਂਦੇ ਆ। ਉਹ 'ਚ ਪਤਾ ਕੀ ਹੁੰਦਾ ਕਿ ਟਾਈਮ ਲੇਬਰ ਘਟ ਜਾਂਦੀ ਹੈ, ਬੰਦੇ ਸ਼ਾਰਟ ਹੋ ਜਾਂਦੇ ਆ। ਪਿੱਛੇ ਜੇ ਛੋਟੀ ਤੋਂ ਲੈ ਕੇ ਵੱਡੀ ਤੱਕ 5 ਮੁੰਡੇ ਮੇਰੇ ਕੋਲ ਜਿਹੜੇ ਸਿੱਖ ਕੇ ਉਹ ਬਾਹਰ ਚਲੇ ਗਏ, ਫਿਰ ਉਹ ਬੰਦੇ ਸ਼ਾਰਟ ਹੋ ਗਏ। ਹੁਣ ਨਵੇਂ ਮੁੰਡੇ 5-6 ਮੁੰਡੇ ਨਵੇਂ ਭਰਤੀ ਕੀਤੇ, ਅੱਜ 2 ਬੰਦੇ ਆ ਅੱਗੇ ਆਏ ਆ, 2 ਬੰਦੇ ਪਿਛਲੇ ਹਫਤੇ ਭਰਤੀ ਕੀਤੇ ਆ। ਫਿਰ ਇਸ ਤਰ੍ਹਾਂ ਲੇਬਰ ਪੂਰੀ ਕਰ ਰਹੇ ਆ। ਆ ਦੇਖੋ, ਆ ਲਓ ਜੀ, ਆ ਦੇਖੋ ਜੀ, ਇਹ ਟੋਪੀ 1 ਨੰਬਰ ਟੋਪੀ, ਹਾਂ 2 ਟੋਟੇ ਹੋਏ ਨਿਕਲੀ। ਵਾਹ, ਅੱਛਾ ਜੈਨੂਇਨ ਹੀ ਬਿਲਕੁਲ ਜੈਨੂਇਨ ਐਰੀ ਟੋਪੀ ਸੀ। ਲੇਕਿਨ ਇਹਦੇ ਵਿੱਚ ਇੱਕ ਚੀਜ਼ ਤੁਹਾਨੂੰ ਦੱਸ ਦੇਣਾ, ਅੱਗੇ ਵੀ ਕਿਸੇ ਨੇ ਇੱਥੇ ਵੈਲਡਿੰਗ ਕੀਤਾ ਹੋਇਆ ਸੀ। ਹਾਂ ਆ ਦੇਖੋ ਵੈਲਡਿੰਗ ਕੀਤਾ ਹੈ। ਆ ਅੱਗੇ ਹੀ ਕਰੈਕ ਸੀ, ਜਿਹਨੇ ਪਾਈ ਸੀ ਅੱਗੇ ਹੀ ਕਰੈਕ ਸੀ। ਆ ਦੇਖੋ ਕਰੈਕ ਹੈਗੀ ਸੀ ਤੇ ਉਹਨੇ ਵੈਲਡਿੰਗ ਕਰਕੇ ਪਾ ਦਿੱਤੀ। ਉਹ ਫਿਰ ਅਸੀਂ ਇਹਦੀ ਟੋਪੀ ਬਦਲ ਕੇ ਤੇਰੀ ਲਾਈਨ ਬੋਰਡ ਕੀਤੀ। ਤੇ ਟੋਪੀ ਕਿਹੜੀ ਅੱਛੀ ਹੁੰਦੀ ਹੈ? ਟੋਪੀ ਬਸ ਕੋਈ ਟੋਪੀ ਦੇ ਬਲਾਕ ਦੇ ਨਾਲ ਹੀ ਹੁੰਦੀ ਹੈ। ਅਸੀਂ ਯਾਰ ਚ ਹੁਣ ਬਲਾਕ ਦੇ ਨਾਲ ਆ ਜਿਹੜੇ ਹੁਣ ਚਾਈਨਾ ਦੇ ਬਲਾਕ ਆਂਦੇ ਆ, ਉਹਨਾਂ ਚੋਂ ਬਲਾਕਾਂ ਚ ਉਹਨਾਂ ਬਲਾਕਾਂ ਦੀ ਟੋਪੀ ਪਾਈ ਹੈ। ਅੱਛਾ ਅੱਛਾ, ਉਹ ਕੋਈ ਨਾ ਕੋਈ ਬਲਾਕ ਰਿਜੈਕਟ ਹੋ ਜਾਂਦੇ ਆ, ਕੋਈ ਪਾੜ ਜਾਂਦੇ ਆ ਤੇ ਉਹ ਫਿਰ ਟੋਪੀਆਂ ਕੋਈ ਨਾ ਕੋਈ ਸਪੇਅਰ ਹੋ ਜਾਂਦੀ ਹੈ, ਜਾਂ ਕਬਾੜ ਦੇ ਵਿੱਚ ਕੋਈ ਇਹਦਾ ਰਾੜ ਵੱਜ ਕੇ ਤੇ ਉਹ ਖਰਾਬ ਹੋ ਜਾਂਦਾ। ਤੇ ਉਹ ਆ ਦੇਸੀ ਤੇ ਹੁੰਦੀ ਨਹੀਂ ਟੋਪੀ, ਟੋਪੀ ਵਲੈਤੀ ਹੁੰਦੀ ਹੈ, ਇਹਨੂੰ ਉਹ ਉਸ ਤਰ੍ਹਾਂ ਰੱਖ ਦੋ। ਅੱਛਾ ਬਾਹਰੋਂ ਇੰਪੋਰਟ ਕਰਦੇ? ਬਾਹਰੋਂ ਹੀ ਆਉਂਦੀਆਂ ਪੁਰਾਣੀਆਂ ਟੋਪੀਆਂ ਆਉਂਦੀਆਂ। ਜਿਹੜੇ ਬਲਾਕ ਰੱਦੀ ਹੋ ਗਿਆ, ਜੇ ਰਾੜ ਵੱਜਿਆ, ਬਲਾਕ ਪਾੜ ਗਿਆ, ਤਾਂ ਟੋਪੀਆਂ ਉਹਦੀਆਂ ਬਚ ਜਾਂਦੀਆਂ। ਅੱਛਾ ਨਦੀਮ ਸਾਹਿਬ ਹੁਣ ਇਹ ਤੇ ਦੱਸੋ ਕਿੰਨਾ ਕੁ ਐਸਟੀਮੇਟ ਖਰਚਾ ਆ ਜਾਣਾ? ਤੇ ਇਹਦਾ ਐਸਟੀਮੇਟ ਖਰਚਾ ਜਿਹੜਾ ਅਸੀਂ ਲਾਇਆ ਹੈ ਨਾ, ਉਹ ਤਕਰੀਬਨ ਕੋਈ 10 ਤੋਂ 12 ਲੱਖ ਰੁਪਇਆ ਲਾਇਆ। 10-12 ਲੱਖ ਰੁਪਏ ਦੇ ਰੰਗ ਰੁੰਗ ਵਿੱਚ ਪਾਇਆ ਕਿ ਨਹੀਂ? ਹਾਂ 12 ਲੱਖ ਰੁਪਏ ਚ ਰੰਗ ਵਿੱਚ, ਲੇਕਿਨ ਟਾਇਰ ਸ਼ਾਇਰ ਪਹਿਲੇ ਹੀ ਆ। ਤੇ ਅਗਰ ਰੰਗ ਨਹੀਂ ਹੋਏਗਾ ਤੇ ਆ 10 ਲੱਖ ਰੁਪਏ ਤੇ ਖਰਚਾ ਹੋਏਗਾ, ਤੇ ਅਗਰ ਰੰਗ ਹੋਏਗਾ ਤਾਂ ਕੋਈ 12 ਲੱਖ ਰੁਪਏ ਤੇ ਚਲਾ ਜਾਏਗਾ। ਮੁਕੰਮਲ ਆ ਮੜਗਾਰਡ ਵੀ ਨਵੇਂ, ਸੀਟ ਵੀ ਨਵੀਂ, ਪੈਦਾਨ ਵੀ ਨਵੇਂ, ਬੈਟਰੀ ਵੀ ਉੱਥੇ ਪਿੱਛੇ ਜਾਣੀ। ਹਜੇ ਯਾਰ ਤੇ ਗੱਡੀ ਤੇ ਟਾਈਮ ਲੱਗਣਾ, ਹਜੇ ਯਾਰ ਤੇ ਕੋਈ ਤਕਰੀਬਨ ਕੋਈ 2 ਹਫ਼ਤੇ ਲੱਗ ਜਾਣੇ ਇਹਨੂੰ ਤਿਆਰ ਹੁੰਦੇ। ਠੀਕ ਹੋ ਗਿਆ, ਠੀਕ ਹੋ। ਲੋ ਜੀ ਦੋਸਤੋ, ਜਦੋਂ ਮਜ਼ੀਦ ਤਿਆਰ ਹੋਏਗੀ ਨਾ ਉਦੋਂ ਹੁਣ ਤੁਹਾਨੂੰ ਵਿਖਾਵਾਂਗੇ। ਆ ਛੋਟੇ ਤੁਹਾਨੂੰ ਵਿਖਾਇਆ ਵੀ ਇਹ ਕਿਸ ਹਾਲਤ ਦੇ ਵਿੱਚ ਆਇਆ ਸੀ। ਜਦੋਂ ਤਿਆਰ ਹੋਏਗਾ ਉਹ ਵੀ ਤੁਹਾਨੂੰ ਦਿਖਾਵਾਂਗੇ ਕਿਵੇਂ ਤਿਆਰ ਹੋ ਕੇ ਦੁਲਹਨ ਬਣ ਕੇ ਬਾਹਰ ਨਿਕਲਦਾ। ਬਾਕੀ ਨਦੀਮ ਆਟੋ ਇੰਜੀਨੀਅਰਿੰਗ ਦੇ ਵਿੱਚ ਮੌਜੂਦ ਆ। ਨਦੀਮ ਸਾਹਿਬ ਆਪਣਾ ਰਾਬਤਾ ਨੰਬਰ ਤੇ ਸ਼ੇਅਰ ਕਰ ਦਿਓ ਜੀ। ਰਾਬਤਾ ਨੰਬਰ ਜੀ 0321 ਹਾਂਜੀ 94 72 206। ਹਾਂ ਠੀਕ ਹੈ ਜੀ, ਮਿਹਰਬਾਨੀ।